हेलो स्टूडेंट्स, असी BA ਸਮੈਸਟਰ 3 फिजिकल एजुकेशन तीसरा चैप्टर पढ़न जा रहे हैं। ਸਰੀਰਕ ਸਿੱਖਿਆ ਵਿੱਚ ਪ੍ਰੇਰਨਾ, मोटिवेशन इन फिजिकल एजुकेशन। सो प्रेरणा की है, ਇਹਦਾ ਕੀ रोल है फिजिकल एजुकेशन सब्जेक्ट ਦੇ ਵਿੱਚ ਅਸੀਂ पढ़ना है। सो ਅਸੀਂ प्रेरणा ਸਿੰਪਲੀ ਸਾਰੇ ਹੀ ਜਾਣਦੇ ਹਾਂ कि ਕਿਸੇ ਵੀ ਇਨਸਾਨ ਨੂੰ ਕੋਈ ਕੰਮ ਕਰਨ ਲਈ ਅਸੀਂ ਪ੍ਰੇਰਿਤ ਕਰਨਾ, ਉਹ ਪ੍ਰੇਰਿਤ ਉਹਨੂੰ ਸਮਝਾ ਕੇ ਜਾਂ ਹੋਰ ਵੱਖ-ਵੱਖ ਕਈ ਤਰੀਕੇ ਨੇ ਉਹਨੂੰ ਪ੍ਰੇਰਿਤ ਕਰਨ ਦੇ, ਉਹਨਾਂ ਬਾਰੇ ਅਸੀਂ ਪੜ੍ਹਨਾ ਹੈ। ਸੋ ਪ੍ਰੇਰਨਾ ਦਾ ਇੱਕ ਵੱਡਾ ਯੋਗਦਾਨ ਹੈ ਕਿਸੇ ਵੀ ਕੰਮ ਕਰਨ ਦੇ ਵਿੱਚ, ਔਰ ਇਸ ਤਰ੍ਹਾਂ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਵੀ ਇੱਕ ਵੱਡਾ ਇਹਦਾ ਯੋਗਦਾਨ ਹੈ। ਸੋ ਪ੍ਰੇਰਨਾ ਬਿਨਾਂ ਕੋਈ ਵੀ ਜਿਹੜਾ ਖਿਡਾਰੀ ਹੈ ਉਹ ਵਧੀਆ ਖਿਡਾਰੀ ਨਹੀਂ ਬਣ ਸਕਦਾ। ਇਸ ਲਈ ਜਿੱਥੇ ਅਸੀਂ ਟ੍ਰੇਨਿੰਗ ਦੇਣੀ ਹੈ ਉੱਥੇ ਪ੍ਰੇਰਨਾ ਵੀ ਜਿਹੜੀ ਬੱਚੇ ਖਿਡਾਰੀਆਂ ਨੂੰ ਪ੍ਰੋਪਰ ਦੇਣਾ ਬੜੀ ਜ਼ਰੂਰੀ ਹੈ। ਖੇਡਾਂ ਵਿੱਚ ਸਫਲਤਾ ਦਾ ਵੱਡਾ ਆਧਾਰ ਪ੍ਰੇਰਨਾ ਵਾ। ਜੇ ਅਸੀਂ ਪ੍ਰੇਰਨਾ ਨੂੰ ਸ਼ਬਦ ਸਮਝਣਾ ਹੋਵੇ ਕਿ ਪ੍ਰੇਰਨਾ ਹੈ ਕੀ ਹੈ, ਸੋ ਪ੍ਰੇਰਨਾ ਸ਼ਬਦ ਤੋਂ ਭਾਵ ਹੈ ਕਿਸੇ ਵਿਅਕਤੀ ਨੂੰ ਕੋਈ ਕੰਮ ਕਰਨ ਲਈ ਉਤਸ਼ਾਹਿਤ ਕਰਨਾ। ਪ੍ਰੇਰਨਾ ਸ਼ਬਦ ਦਾ ਆਧਾਰ ਮੂਵੇਅਰ ਹੈ, ਜਿਸ ਤੋਂ ਭਾਵ ਹੈ ਟੂ ਮੂਵ, ਭਾਵ ਮੋਟੀਵੇਸ਼ਨ ਜਿਹੜਾ ਮੂਵੇਅਰ ਤੋਂ ਬਣਿਆ ਹੈ, ਔਰ ਜਿਹਦਾ ਭਾਵ ਹੈ ਟੂ ਮੂਵ, ਭਾਵ ਮੂਵ ਕਰਨਾ, ਅੱਗੇ ਵਧਣਾ ਕਹਿ ਲਓ। ਸੋ ਭਾਵ ਅੱਗੇ ਵਧਣ ਲਈ ਕਿਸੇ ਨੂੰ ਉਤਸ਼ਾਹਿਤ ਕਰਨਾ, ਉਹ ਪ੍ਰੇਰਨਾ ਵਾ। ਪ੍ਰੇਰਨਾ ਇੱਕ ਮਨੋਵਿਗਿਆਨਕ ਵਿਚਾਰਧਾਰਾ ਵਿੱਚ ਉਹਨਾਂ ਨਾਲ ਸੰਬੰਧਿਤ ਹੈ ਜਿਹੜੀਆਂ ਕਿ ਖਿਡਾਰੀ ਨੂੰ ਕਿਸੇ ਕੰਮ ਸਕਿੱਲ ਨੂੰ ਸਿੱਖਣ ਵਿੱਚ ਸਹਾਇਤਾ ਦਿੰਦੀ ਹੈ ਅਤੇ ਉਹਨਾਂ ਦੇ ਮਨੋਬਲ ਉੱਚਾ ਚੁੱਕ ਕੇ ਉਤਸ਼ਾਹਿਤ ਕਰਨ ਵਿੱਚ ਆਪਣਾ ਯੋਗਦਾਨ ਪਾਉਂਦੀ ਹੈ। ਸੋ ਪ੍ਰੇਰਨਾ ਇੱਕ ਮਨੋਵਿਗਿਆਨ ਹੈ, ਭਾਵ ਫਿਜ਼ੀਕਲੀ ਇਹਦਾ ਕੋਈ ਸੰਪਰਕ ਨਹੀਂ ਹੈ, ਮਨੋਵਿਗਿਆਨ ਹੈ। ਮਾਨਸਿਕ ਤੌਰ 'ਤੇ ਅਗਲੇ ਨੂੰ ਤਿਆਰ ਕਰਨਾ ਵੀ ਹੋਰ ਮਿਹਨਤ ਕਰਿਓ, ਅਤੇ ਇਸ ਤਰ੍ਹਾਂ ਇਹ ਉਹਦੀ ਕੋਈ ਸਕਿੱਲ ਉਹਨੇ ਸਿੱਖਣਾ ਖਿਡਾਰੀ ਨੇ, ਉਹ ਸਿੱਖਣ ਦੇ ਵਿੱਚ ਉਹਨੂੰ ਉਤਸ਼ਾਹਿਤ ਕਰਕੇ ਇਹ ਪ੍ਰੇਰਨਾ ਯੋਗਦਾਨ ਪਾਉਂਦੀ ਆ। ਸੋ ਲਾਈਨ ਟੂ ਲਾਈਨ ਯਾਦ ਕਰਨ ਦੀ ਲੋੜ ਨਹੀਂ, ਅਸੀਂ ਲਾਈਨ ਟੂ ਲਾਈਨ ਦੇ ਵਿੱਚੋਂ ਦੋ ਚੀਜ਼ਾਂ ਯਾਦ ਕਰ ਲਈਏ ਕਿ ਪ੍ਰੇਰਨਾ ਸ਼ਬਦ ਤੋਂ ਭਾਵ ਹੈ ਕਿਸੇ ਵਿਅਕਤੀ ਨੂੰ ਕਿਸੇ ਕੰਮ ਕਰਨ ਲਈ ਉਤਸ਼ਾਹਿਤ ਕਰਨਾ। ਇਹ ਸ਼ਬਦ ਦਾ ਆਧਾਰ ਮੂਵੇਅਰ ਹੈ, ਜਿਸ ਦਾ ਭਾਵ ਹੈ ਟੂ ਮੂਵ। ਠੀਕ ਹੈ, ਅੱਗੇ ਦੋ ਡੈਫੀਨੇਸ਼ਨਸ ਵੀ ਦਿੱਤੀਆਂ ਹੋਈਆਂ ਨੇ ਜੋ ਤੁਸੀਂ ਯਾਦ ਕਰ ਲੈਣੀਆਂ ਨੇ। ਪ੍ਰੇਰਨਾ ਆਮ ਕਿਰਿਆਵਾਂ 'ਤੇ ਪੈਣ ਵਾਲੇ ਪ੍ਰਭਾਵ ਹਨ ਜੋ ਸਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ, ਜੋ ਕਿ M. ਜੌਨਸਨ ਦਾ ਜਿਹੜਾ ਇਹ ਡੈਫੀਨੇਸ਼ਨ ਹੈ ਕਿ ਜਿੰਨੀਆਂ ਵੀ ਸਾਡੀਆਂ ਆਮ ਕਿਰਿਆਵਾਂ ਅਸੀਂ ਕਰਦੇ ਹਾਂ ਉਹਨਾਂ 'ਤੇ ਸਾਡੇ ਕੋਈ ਚੀਜ਼ ਨੂੰ ਪ੍ਰਭਾਵ ਪਾਉਂਦੀ ਹੈ, ਸਾਡੀਆਂ ਲੋੜਾਂ ਨੂੰ ਪੂਰਾ ਕਰਦੀ ਹੈ, ਉਹ ਪ੍ਰੇਰਨਾ ਹੈ। ਸੋ ਸੈਕੰਡ ਡੈਫੀਨੇਸ਼ਨ ਹੈ, ਪ੍ਰੇਰਨਾ ਵਿੱਚ ਆਦਿ ਤੋਂ ਅੰਤ ਤੱਕ ਉਹ ਸਾਰੀਆਂ ਕਿਰਿਆਵਾਂ ਆਉਂਦੀਆਂ ਜੋ ਵਿਅਕਤੀ ਲਈ ਲੋੜੀਂਦੀਆਂ ਵਾ। ਸੋ ਵਿਅਕਤੀ ਨੂੰ ਜਿਹਨਾਂ ਚੀਜ਼ਾਂ ਦੀ ਲੋੜ ਹੈ ਉਹ ਸਾਰੀਆਂ ਚੀਜ਼ਾਂ ਹੀ ਪ੍ਰੇਰਨਾ ਹੀ ਆ। ਸੋ ਭਾਵ ਇਹ ਸੈਂਸ ਤੋਂ ਹੈ, ਭਾਵ ਕੋਈ ਚੀਜ਼ ਸਾਨੂੰ ਲੋੜ ਹੈ, ਸਾਨੂੰ ਫੋਰ ਐਗਜ਼ਾਮਪਲ ਸਾਨੂੰ ਜੇ ਪੈਸੇ ਦੀ ਲੋੜ ਹੈ ਤਾਂ ਉਹ ਵੀ ਸਾਡੇ ਲਈ ਪ੍ਰੇਰਨਾ ਹੀ ਆ ਕਿ ਅਸੀਂ ਕੰਮ ਕਰੀਏ, ਪੈਸਾ ਕਮਾ ਸਕਾਂਗੇ। ਰੋਟੀ ਦੀ ਲੋੜ ਹੈ, ਸਾਨੂੰ ਇੱਜ਼ਤ ਮਾਣ ਦੀ ਲੋੜ ਹੈ, ਸੋ ਭਾਵ ਉਹ ਸਾਰੀ ਸਾਡੇ ਲਈ ਪ੍ਰੇਰਨਾ ਹੀ ਆ। ਜੋ ਸਾਡੀ ਲੋੜ ਬਣ ਗਈ ਉਹ ਸਾਡੀ ਪ੍ਰੇਰਨਾ, ਫਿਰ ਉਸ ਲੋੜ ਲਈ ਅਸੀਂ ਕੋਈ ਕੰਮ ਕਰਦੇ ਹਾਂ। ਠੀਕ ਹੈ, ਸੋ ਇਸ ਤਰ੍ਹਾਂ ਇਹ ਦੋ ਡੈਫੀਨੇਸ਼ਨਸ ਨੇ। ਸੋ ਇਹਨਾਂ ਨੂੰ ਤੁਸੀਂ ਯਾਦ ਕਰ ਲੈਣਾ ਹੈ। ਇਹ ਥੋਮਸਨ ਦੀ ਡੈਫੀਨੇਸ਼ਨ ਹੈ, ਥੋਮਸਨ THOMSON, ਜੇਕਰ ਥੋੜ੍ਹਾ ਘੱਟ ਹੋਇਆ ਹੈ ਪਿਕਚਰ ਦੇ ਵਿੱਚ, ਜਾਂ ਥਾਮਸਨ ਅਸੀਂ ਪੰਜਾਬੀ 'ਚ ਵੀ ਲਿਖ ਸਕਦੇ ਹਾਂ। ਠੀਕ ਹੈ, ਸੋ ਇਹ ਡੈਫੀਨੇਸ਼ਨ ਨੂੰ ਤੁਸੀਂ ਇੰਗਲਿਸ਼ ਯਾਦ ਕਰਨਾ ਹੋਵੇ ਇੰਗਲਿਸ਼ 'ਚ ਕਰ ਸਕਦੇ ਹਾਂ, ਔਰ ਪੰਜਾਬੀ 'ਚ ਕਰਨਾ ਹੋਵੇ ਪੰਜਾਬੀ 'ਚ ਵੀ ਯਾਦ ਕਰ ਸਕਦੇ ਹਾਂ। ਅੱਗੇ ਹੈ ਪ੍ਰੇਰਨਾ ਦੇ ਪਹਿਲੂ, ਐਸਪੈਕਟਸ ਆਫ ਮੋਟੀਵੇਸ਼ਨ। ਸੋ ਪ੍ਰੇਰਨਾ ਦੇ ਕਹਿੰਦੇ ਕੁਝ ਅਹਿਮ ਪਹਿਲੂ ਆ ਜਿਨ੍ਹਾਂ ਦਾ ਸਾਨੂੰ ਗਿਆਨ ਹੋਣਾ ਜ਼ਰੂਰੀ ਹੈ। ਉਹਨਾਂ ਵਿੱਚ ਭਾਵ ਕਿਹੜੀ ਚੀਜ਼ਾਂ ਪ੍ਰੇਰਨਾ ਦੇ ਵਿੱਚ ਸ਼ਾਮਿਲ ਹੁੰਦੀਆਂ, ਉਹਦੇ ਪਹਿਲੂ ਕਿਹੜੇ ਕਿਹੜੇ ਆ। ਇੱਕ ਹੈ ਸ਼ੌਂਕ, ਇੰਟਰਸਟ। ਸਾਨੂੰ ਪਤਾ ਹੀ ਆ ਕਿ ਜਿਹੜਾ ਸ਼ੌਂਕ ਹੈ, ਬਹੁਤ ਸਾਰੇ ਕੰਮ ਸ਼ੌਂਕ ਨਾਲ ਅਸੀਂ ਕਰਦੇ ਹਾਂ। ਕਿਸੇ ਨੂੰ ਕੋਈ ਗਾਉਣ ਦਾ ਸ਼ੌਂਕ ਹੈ, ਕਿਸੇ ਨੂੰ ਕੁਝ ਲਿਖਣ ਦਾ ਸ਼ੌਂਕ ਹੈ, ਕਿਸੇ ਨੂੰ ਕੋਈ ਪੇਂਟਿੰਗ ਕਰਨ ਦਾ ਸ਼ੌਂਕ ਹੈ। ਸੋ ਉਹ ਸ਼ੌਂਕ ਹੀ ਉਹਨੂੰ ਉਸ ਕੰਮ ਵੱਲ ਲੈ ਕੇ ਜਾਂਦਾ ਵਾ। ਇੱਦਾਂ ਹੀ ਜੇ ਕਿਸੇ ਨੂੰ ਖੇਡਣ ਦਾ ਸ਼ੌਂਕ ਹੈ ਤਾਂ ਉਹ ਵਧੀਆ ਖਿਡਾਰੀ ਬਣਦਾ ਵਾ। ਇਨਾਮ, ਠੀਕ ਹੈ, ਹੁਣ ਆਪਾਂ ਕੋਈ ਵੀ ਮੈਚ ਹੁੰਦੇ ਆ ਜਾਂ ਹਰ ਥਾਂ ਇਨਾਮ ਰੱਖੇ ਜਾਂਦੇ ਆ, ਕੋਈ ਫਸਟ ਸੈਕਿੰਡ ਥਰਡ ਲਈ, ਉਹ ਇਨਾਮ ਵੀ ਪ੍ਰੇਰਨਾ ਦਾ ਇੱਕ ਪਹਿਲੂ ਹੈ, ਕਿਉਂਕਿ ਇਨਾਮ ਦਾ ਜਿਹੜਾ ਲਾਲਚ ਹੈ ਉਹ ਵੀ ਕਿਤੇ ਨਾ ਕਿਤੇ ਸਾਨੂੰ ਮਿਹਨਤ ਕਰਨ ਲਈ ਪ੍ਰੇਰਿਤ ਕਰਦਾ ਹੈ। ਅੱਗੇ ਮੈਂ ਨੈਕਸਟ ਫੋਟੋ ਸਿਲੈਕਟ ਕਰਨ ਜਾ ਰਿਹਾ। ਅੱਗੇ ਇਸ ਤੋਂ ਇਲਾਵਾ ਹੈ ਧਿਆਨ, ਇੰਟੈਂਸ਼ਨ, ਸਾਡਾ ਇਰਾਦਾ, ਧਿਆਨ, ਸਾਡਾ ਧਿਆਨ ਕਰਕੇ ਇਸ ਪਾਸੇ ਆ, ਸਾਡਾ ਮਨ ਹੈ ਕਿ ਧਿਆਨ ਹੈ, ਇਰਾਦਾ ਹੈ ਕਿ ਆਹ ਕੰਮ ਮੈਂ ਕਰਾਂ, ਉਹ ਚੀਜ਼ ਵੀ ਸਾਨੂੰ ਪ੍ਰੇਰਨਾ ਦਾ ਇੱਕ ਪਹਿਲੂ ਹੈ।
ਇੱਛਾ ਡਿਜ਼ਾਇਰ, ਕੋਈ ਸਾਡੇ ਮਨ 'ਚ ਇੱਛਾ ਕੋਈ ਪ੍ਰਾਪਤੀ ਦੀ, ਇੱਦਾਂ ਹੀ ਪੱਕਾ ਇਰਾਦਾ, ਜ਼ਰੂਰਤ ਸਾਡੀ ਕੋਈ ਲੋੜ ਹੈ। ਅੰਦਰਲਾ ਉਤਾਵਲਾਪਨ, ਕਈ ਵਾਰ ਬੰਦੇ ਵਿੱਚ ਅੰਦਰੋਂ ਉਤਾਵਲਾਪਨ ਹੁੰਦਾ, ਮੈਂ ਕੁਝ ਕਰਨਾ ਕੁਝ ਬਣਨਾ ਹੈ ਨਾ, ਉਹ ਉਤਾਵਲਾਪਨ। ਈਰਖਾ, ਈਰਖਾ ਵੀ ਕਈ ਵਾਰ ਅਸੀਂ ਕਿਸੇ ਹੋਰ ਵਿਅਕਤੀ ਨਾਲ ਈਰਖਾ ਕਰਦੇ ਵੀ ਉਹ ਅੱਗੇ ਕਿੱਦਾਂ ਲੰਘ ਗਿਆ, ਮੈਂ ਅੱਗੇ ਨਿਕਲਣਾ ਵਾ। ਸੋ ਝੁਕਾਅ, ਕਿਸੇ ਕੰਮ ਪ੍ਰਤੀ ਸਾਡਾ ਜਿਹੜਾ ਝੁਕਾਅ ਵਾ, ਐਟੀਟਿਊਡ ਆ ਸਾਡਾ ਕਿ ਅਸੀਂ ਉਹੋ ਜਿਹਾ ਬਣਨਾ ਚਾਹੁੰਦੇ ਹਾਂ, ਇਹ ਸਾਰਾ ਕੁਝ ਇਹ ਔਰ ਲਾਸਟ ਹੈ ਖੇਡਾਂ ਦੀ ਨਿਪੁੰਨਤਾ, ਸਿੱਖਣ ਦੀ ਭੁੱਖ, ਕਿ ਬੰਦੇ ਵਿੱਚ ਕਿ ਮੈਂ ਨਿਪੁੰਨ ਬਣਨਾ, ਪੂਰਾ ਪਰਫੈਕਟ ਬਣਨਾ ਵਾ। ਸੋ ਇਸ ਤਰ੍ਹਾਂ ਇਹ ਪਹਿਲੂ ਆ ਉਹਦੇ ਵਿੱਚ। ਅਤੇ ਕੋਈ ਵੀ ਖਿਡਾਰੀ ਤਾਂ ਹੀ ਵਧੀਆ ਸਿੱਖ ਸਕਦਾ ਜੇਕਰ ਇਹਨਾਂ ਵਿੱਚੋਂ ਕੋਈ ਵੀ ਪਹਿਲੂ ਉਹਦੇ ਵਿੱਚ ਇੱਕ ਪਹਿਲੂ ਵੀ ਹੈਗਾ ਵਾ, ਅਤੇ ਉਹ ਖਿਡਾਰੀ ਵਧੀਆ ਬਣ ਜੂਗਾ। ਮੰਨ ਲਓ ਜੇ ਉਹਦੇ ਵਿੱਚ ਇੱਛਾ ਹੈਗੀ ਹੈ ਕਿ ਮੈਂ ਸਿੱਖਣਾ, ਉਹ ਸਿੱਖ ਜੂਗਾ। ਜੇ ਇੱਛਾ ਤਾਂ ਭਾਵੇਂ ਨਾ ਹੋਵੇ ਪਰ ਪੱਕਾ ਇਰਾਦਾ ਬਣਾ ਲਵੇ ਵੀ ਮੈਂ ਸਿੱਖਣਾ ਹੀ ਸਿੱਖਣਾ, ਭਾਵੇਂ ਇੰਟਰਸਟ ਮੇਰਾ ਨਹੀਂ ਹੈ, ਸ਼ੌਂਕ ਵੀ ਨਹੀਂ ਹੈ, ਪਰ ਮੈਂ ਸਿੱਖਣਾ, ਮੈਂ ਇਰਾਦਾ ਮੇਰਾ ਪੱਕਾ ਵਾ, ਤਾਂ ਵੀ ਉਹ ਟਰਾਈ ਕਰ ਲਓ। ਸੋ ਇਸ ਤਰ੍ਹਾਂ ਇਹ ਸਾਰੇ ਜਿਹੜੇ ਵੱਖ-ਵੱਖ ਉਹਦੇ ਪੁਆਇੰਟ ਨੇ। ਬੜੇ ਸੌਖਾ ਜਿਹਾ ਚੈਪਟਰ ਹੈ ਸਾਡਾ, ਸਾਨੂੰ ਨੋਰਮਲੀ ਇਹਦੇ ਬਾਰੇ ਜਾਣਕਾਰੀ ਹੁੰਦੀ ਹੈ, ਪਰ ਥੋੜ੍ਹਾ ਐਗਜ਼ਾਮ ਦੇ ਵਿੱਚ ਲਿਖਣਾ ਹੈ, ਉਸ ਲਈ ਪੁਆਇੰਟਸ ਨੂੰ ਅਸੀਂ ਯਾਦ ਵੀ ਰੱਖਣਾ ਹੁੰਦਾ ਹੈ। ਸੋ ਅੱਗੇ ਹੈ ਪ੍ਰੇਰਨਾ ਦੀਆਂ ਕਿਸਮਾਂ, ਟਾਈਪਸ ਆਫ ਮੋਟੀਵੇਸ਼ਨ। ਪ੍ਰੇਰਨਾ ਤਾਂ ਕਈ ਤਰ੍ਹਾਂ ਦੀਆਂ ਹੋ ਸਕਦੀਆਂ, ਪਰ ਅਸੀਂ ਆਮ ਤੌਰ 'ਤੇ ਦੋ ਮੌਕੇ ਦੇ ਵੰਡ ਕਰ ਦਿੰਦੇ ਹਾਂ। ਇੱਕ ਅੰਦਰੂਨੀ ਪ੍ਰੇਰਨਾ, ਜਿਹਨੂੰ ਕੁਦਰਤੀ ਪ੍ਰੇਰਨਾ ਵੀ ਕਹਿ ਦਿੰਦੇ ਹਾਂ। ਇੱਕ ਬਣਾਉਟੀ ਜਾਂ ਬਾਹਰੀ ਪ੍ਰੇਰਨਾ। ਅੰਦਰੂਨੀ ਪ੍ਰੇਰਨਾ ਕੁਦਰਤੀ ਪਾਵਰ ਸਾਡੇ ਅੰਦਰ ਮਨ 'ਚੋਂ ਪੈਦਾ ਹੋਣੀ ਹੈ, ਉਹਦਾ ਕਿਸੇ ਨੇ ਬਣਾਉਟੀ ਪੈਦਾ ਨਹੀਂ ਕਰਨੀ, ਅੰਦਰੋਂ ਆਪਣੇ ਆਪ ਜਿਹੜੀ ਪ੍ਰੇਰਨਾ ਪੈਦਾ ਹੁੰਦੀ ਹੈ। ਸੋ ਕੁਦਰਤੀ ਪ੍ਰੇਰਨਾ ਦੇ ਵਿੱਚ ਆਉਂਦੀ। ਇਹਦੇ ਵਿੱਚ ਸਰੀਰਕ ਪ੍ਰੇਰਨਾ, ਸਾਡੇ ਸਰੀਰ ਦੀਆਂ ਕੁਝ ਲੋੜਾਂ ਨੇ, ਜਿਵੇਂ ਭੁੱਖ ਪਿਆਸ ਹੈ ਨਾ, ਕੋਈ ਕੰਮ ਕਰਨਾ, ਅਸੀਂ ਸਾਡੇ ਸਰੀਰ ਦੀਆਂ ਲੋੜਾਂ ਨੇ, ਉਹ ਸਰੀਰ ਦੀਆਂ ਲੋੜਾਂ ਲਈ ਅਸੀਂ ਫਿੱਟ ਹੋਣ ਲਈ ਵੀ ਦੌੜ ਲਾਉਂਦੇ ਹਾਂ ਨਾ, ਸਰੀਰ ਨੂੰ ਮਜ਼ਬੂਤ ਬਣਾਉਣ ਲਈ ਵੀ ਗੇਮ ਖੇਡਦੇ ਹਾਂ। ਸੋ ਸਰੀਰਕ ਲੋੜਾਂ ਲਈ ਵੀ ਅਸੀਂ ਖੁਰਾਕ ਖਾਂਦੇ ਹਾਂ। ਸੋ ਉਹ ਵੀ ਸਾਡੇ ਕਿਸੇ ਕੰਮ ਕਰਨ ਦੀ ਪ੍ਰੇਰਨਾ ਹੈ, ਖਿਡਾਰੀ ਬਣਨ ਦੀ ਪ੍ਰੇਰਨਾ ਹੈ। ਅੰਦਰੂਨੀ ਪ੍ਰੇਰਨਾ, ਕਈ ਬੰਦੇ ਨੂੰ ਅੰਦਰੋਂ ਸ਼ੌਂਕ ਹੁੰਦਾ, ਇੱਛਾ ਹੁੰਦੀ ਹੈ ਅੰਦਰੋਂ ਹੀ ਕਿ ਮੈਂ ਬਣਨਾ ਹੈ, ਮੈਂ ਵਧੀਆ ਖਿਡਾਰੀ ਬਣਨਾ। ਭਾਵਨਾਤਮਕ ਪ੍ਰੇਰਨਾ, ਜਿਹਦੇ ਵਿੱਚ ਸਾਡੇ ਕੋਈ ਪਿਆਰ ਆ, ਸਫਲਤਾ, ਸੁਰੱਖਿਆ, ਆਪਣਾਪਨ, ਅਸੀਂ ਇਹਨਾਂ ਚੀਜ਼ਾਂ ਦੀ ਪ੍ਰਾਪਤੀ ਵਾਸਤੇ ਅਸੀਂ ਜਿਹੜਾ ਕੋਈ ਕੰਮ ਕਰਦੇ ਹਾਂ। ਸਮਾਜਿਕ ਪ੍ਰੇਰਨਾ, ਸਮਾਜ ਵਿੱਚ ਸਾਨੂੰ ਕੋਈ ਸਾਡਾ ਦਬਾਅ ਹੈ ਜਾਂ ਸਮਾਜਿਕ 'ਤੇ ਅਸੀਂ ਸਟੇਟਸ ਬਣਾਉਣਾ ਆਪਣਾ, ਕੋਈ ਸਾਡੀਆਂ ਲੋੜਾਂ ਨੇ, ਸਮਾਜ 'ਚ ਮਿਲਣਾ ਜੁਲਣਾ ਵਾ, ਉਹਨਾਂ ਲੋੜਾਂ ਨੂੰ ਅਸੀਂ ਉਹਦੇ ਪੂਰਾ ਕਰਨ ਲਈ ਅਸੀਂ ਜੋ ਕੋਈ ਕੰਮ ਕਰਦੇ ਹਾਂ ਜਾਂ ਗੇਮ ਖੇਡਦੇ ਹਾਂ। ਕੁਦਰਤੀ ਪ੍ਰੇਰਨਾ ਦੇ ਵਿੱਚ ਇੱਕ ਹੋਰ ਹੈ ਆਤਮ ਸਨਮਾਨ, ਲੀਡਰਸ਼ਿਪ, ਵਿਸ਼ਵਾਸ। ਅਸੀਂ ਆਤਮ ਸਨਮਾਨ ਚਾਹੁੰਦੇ, ਸਾਡਾ ਲੋਕ ਸਾਨੂੰ ਵਧੀਆ ਕਹਿਣ, ਚੰਗਾ ਖਿਡਾਰੀ ਹੈ, ਸਾਰੇ ਲੋਕ ਉਹਦਾ ਸਨਮਾਨ ਕਰਦੇ, ਸਤਿਕਾਰ ਕਰਦੇ ਆ। ਚੰਗਾ ਕੋਈ ਪ੍ਰਾਪਤੀ ਵਾਲਾ ਇਨਸਾਨ, ਅਸੀਂ ਉਹਦਾ ਸਤਿਕਾਰ ਕਰਦੇ ਹਾਂ। ਇੱਦਾਂ ਹੀ ਨਕਲ ਕਰਨ ਦੀ ਪ੍ਰੇਰਨਾ, ਕਈ ਵਾਰ ਅਸੀਂ ਕਿਸੇ ਨੂੰ ਸਕਸੈਸਫੁਲ ਬੰਦੇ ਨੂੰ ਦੇਖਦੇ ਹਾਂ ਅਤੇ ਸਾਡੇ ਮਨ 'ਚ ਆਉਂਦਾ ਵੀ ਮੈਂ ਵੀ ਇਹਦੇ ਵਾਂਗੂ ਕਰਾਂ, ਮੈਂ ਵੀ ਇਸ ਤਰ੍ਹਾਂ ਬਣਾ। ਸੋ ਉਹਨੂੰ ਚੰਗੇ ਖਿਡਾਰੀ ਦੀ ਨਕਲ ਕਰਦੇ ਹਾਂ ਵੀ ਉਹ ਸਕਸੈਸਫੁਲ ਹੋ ਗਿਆ, ਮੈਂ ਉਹਦੇ ਬਾਰੇ ਕੋਈ ਨਕਲ ਕਰਨੀ ਹੈ। ਇਹ ਵੀ ਪ੍ਰੇਰਨਾ ਹੋ ਸਕਦੀ ਹੈ। ਸੋ ਇਹ ਜਿਹੜੇ ਅੰਦਰੂਨੀ ਪ੍ਰੇਰਨਾ ਦੇ ਵਿੱਚ ਆ, ਜੋ ਇਹ ਪ੍ਰੇਰਨਾ ਕਿਸੇ ਨੇ ਪੈਦਾ ਨਹੀਂ ਕਰਨੀਆਂ, ਇਹ ਅੰਦਰ ਆਪਣੇ ਆਪ ਅਸੀਂ ਇਨਸਾਨ ਦੇ ਪੈਦਾ ਹੁੰਦੀਆਂ ਨੇ। ਇੱਕ ਹੈ ਬਣਾਉਟੀ ਪ੍ਰੇਰਨਾ। ਕੁਝ ਕੰਮ ਅਸੀਂ ਜਿਹੜੇ ਬਣਾਉਟੀ ਪ੍ਰੇਰਨਾ, ਜਿਹਦੇ ਵਿੱਚ ਸਾਡੇ ਕੋਚ ਦਾ, ਅਧਿਆਪਕ ਦਾ ਬੜਾ ਵੱਡਾ ਰੋਲ ਹੈ, ਸਾਡੇ ਮਾਤਾ ਪਿਤਾ ਦਾ ਰੋਲ ਹੋ ਸਕਦਾ ਵਾ, ਜਾਂ ਸਾਡੇ ਸਮਾਜ ਦਾ ਰੋਲ ਹੋ ਸਕਦਾ ਵਾ, ਉਹ ਅਸੀਂ ਬਣਾਉਟੀ ਪ੍ਰੇਰਨਾ ਪੈਦਾ ਕਰਦੇ ਹਾਂ ਵੀ ਇਹਦੇ ਲਾਲਚ ਨਾਲ ਜਾਂ ਇਹ ਪ੍ਰੇਰਨਾ ਨਾਲ ਖਿਡਾਰੀ ਹੋਰ ਮਿਹਨਤ ਕਰ ਲਵੇ, ਉਹ ਸਕਸੈਸਫੁਲ ਹੋ ਜਾਵੇ। ਉਹ ਕਿਹੜੇ ਨੇ? ਇਨਾਮ। ਅਸੀਂ ਕਈ ਵਾਰ ਇਨਾਮ ਰੱਖ ਦਿੰਦੇ ਹਾਂ, ਕੋਈ ਵੀ ਇਨਾਮ ਉਸਦਾ, ਜਿਵੇਂ ਉਹਨਾਂ ਨੇ ਐਗਜ਼ਾਮਪਲ ਦੇ ਦਿੱਤੀ ਆ ਵੀ ਟੇਬਲ ਲੈਂਪ, ਬੈਗ, ਅਟੈਚੀ, ਤੌਲੀਏ, ਟੀ-ਸ਼ਰਟ, ਟਰੈਕ, ਇਹ ਤਾਂ ਕੁਝ ਵੀ ਤੁਸੀਂ ਲਿਖ ਸਕਦੇ ਆ। ਪੈਸੇ ਵੀ ਇਹਦੇ ਵਿੱਚ ਹੀ ਆ ਜਾਂਦੇ ਆ ਵੀ ਆਰਥਿਕ ਚੀਜ਼ਾਂ ਦੇ ਨਾਮ ਰੱਖਦੇ ਵੀ ਜਿੱਤਣ ਵਾਲੇ ਨੂੰ ਆਹ ਚੀਜ਼ ਮਿਲੂਗੀ। ਜਿਵੇਂ ਆਪਾਂ ਦੇਖਦੇ ਕਬੱਡੀ ਟੂਰਨਾਮੈਂਟਾਂ ਦੇ ਵਿੱਚ ਵੀ ਅੱਜ ਵੱਡੇ ਇਨਾਮ ਹੁੰਦੇ ਆ, ਕੋਈ ਮੋਟਰਸਾਈਕਲ, ਕੋਈ ਗੱਡੀ, ਹੈ ਨਾ, ਇਸ ਤਰ੍ਹਾਂ। ਸੋ ਜਾਂ ਜਿਹੜੇ ਵੱਡੇ ਟੂਰਨਾਮੈਂਟਾਂ ਦੇ ਵਿੱਚ ਕੈਸ਼ ਮਿਲਦਾ ਵਾ, ਸੋ ਉਹ ਇੱਕ ਪ੍ਰੇਰਨਾ ਵਾ। ਸਮਾਜਿਕ ਇਨਾਮ, ਇੱਕ ਤਾਂ ਇਨਾਮ ਆਰਥਿਕ ਇਨਾਮ ਆ, ਭਾਵ ਪੈਸਾ ਮਿਲ ਗਿਆ ਜਾਂ ਕੋਈ ਚੀਜ਼ ਮਿਲ ਗਈ। ਇੱਕ ਸਾਡੇ ਸਮਾਜ ਵਿੱਚ ਸਾਡੀ ਤਰੱਕੀ ਹੋ ਗਈ ਆ, ਉਹਦੇ ਵਿੱਚ ਸਾਨੂੰ ਇਨਾਮ, ਨੌਕਰੀ ਦੇ ਲਈ, ਕਈ ਵਾਰ ਸਾਨੂੰ ਵਧੀਆ ਖਿਡਾਰੀ ਆ ਕੋਈ, ਉਹਨੂੰ ਸਰਕਾਰ ਨੌਕਰੀ ਵੀ ਦੇ ਦਿੰਦੀ ਆ, ਜਾਂ ਕੋਈ ਸਰਟੀਫਿਕੇਟ ਮਿਲ ਜਾਂਦੇ ਸਾਨੂੰ, ਸਾਡਾ ਸਮਾਜ ਵਿੱਚ ਰੁਤਬਾ ਹੋ ਜਾਂਦਾ ਵਾ, ਉਹ ਵੀ ਇੱਕ ਬਾਹਰੀ ਪ੍ਰੇਰਨਾ ਵਾ। ਸੋ ਸਜ਼ਾ ਵੀ ਪ੍ਰੇਰਨਾ ਹੀ ਆ। ਕਈ ਵਾਰ ਸਾਨੂੰ ਕੋਚ ਸਜ਼ਾ ਵੀ ਦਿੰਦਾ ਫਿਰ ਜੇ ਅਸੀਂ ਵਧੀਆ ਪ੍ਰੈਕਟਿਸ ਨਾ ਕਰੀਏ, ਜਾਂ ਅਸੀਂ ਕੋਈ ਸਾਨੂੰ ਜੁਰਮਾਨਾ, ਇਹ ਗੇਮ ਤੋਂ ਇਲਾਵਾ ਗੱਲ ਕਰੀਏ ਵੀ ਜੇ ਕੰਮ ਸਹੀ ਨਹੀਂ ਕਰਦੇ ਸਾਨੂੰ ਕੋਈ ਜੁਰਮਾਨਾ, ਜਾਂ ਅਸੀਂ ਫੇਲ ਹੀ ਹੋ ਜਾਂਦੇ ਹਾਂ, ਜੇ ਐਗਜ਼ਾਮ 'ਚ ਫੇਲ ਹੋ ਗਏ, ਉਹ ਵੀ ਸਜ਼ਾ ਹੀ ਆ ਨਾ, ਡਰ ਹੀ ਆ ਇੱਕ, ਉਹਦੇ ਕਰਕੇ ਵੀ ਅਸੀਂ ਪੜ੍ਹਦੇ ਹਾਂ, ਮਿਹਨਤ ਕਰਦੇ ਹਾਂ। ਮੁਕਾਬਲਾ, ਵੱਖ ਟੂਰਨਾਮੈਂਟ ਹੁੰਦੇ ਆ, ਮੁਕਾਬਲੇ ਹੁੰਦੇ ਆ। ਸੋ ਉਹ ਮੁਕਾਬਲੇ ਵੀ ਸਾਨੂੰ ਕਿਤੇ ਨਾ ਕਿਤੇ ਪ੍ਰਭਾਵਿਤ ਕਰਦੇ ਆ ਵੀ ਅਸੀਂ ਮੁਕਾਬਲੇ 'ਚੋਂ ਫਸਟ ਆਈਏ, ਸੈਕਿੰਡ ਆਈਏ, ਪਿੱਛੇ ਨਾ ਰਹਿ ਜਾਈਏ। ਇੱਦਾਂ ਹੀ ਇਮਤਿਹਾਨ, ਜਿਹੜੇ ਐਗਜ਼ਾਮ ਹੁੰਦੇ ਆ, ਜਿਹਦੇ ਵਿੱਚ ਚੈੱਕ ਕੀਤਾ ਜਾਂਦਾ ਵੀ ਕਿਹੜੇ ਬੰਦੇ ਨੂੰ ਕਿੰਨਾ ਆਉਂਦਾ ਵਾ,
ठीक है। जिहड़ा मुकाबला हुंदा जिहदे विच टीमां आपस ਵਿੱਚ मुकाबला करदियां, इम्तिहान दे विच मुकाबला नहीं हुंदा। इम्तिहान विच चैक किया जाता भी किहनूं किन्ना आउंदा वा, ਉਹਦੇ ਵਿੱਚ ਮੁਕਾਬਲਾ ਵੀ ਬਣ ਜਾਂਦਾ ਆਪਣੇ ਆਪ ਹੀ ਵੈਸੇ। ਤਾਂ ਇਮਤਿਹਾਨ ਨੂੰ ਅਸੀਂ ਪਾਸ ਹੋਣ ਕਰਕੇ ਜਾਂ ਵਧੀਆ ਨੰਬਰ ਲੈਣ ਕਰਕੇ ਵੀ ਅਸੀਂ ਮਿਹਨਤ ਕਰਦੇ ਹਾਂ। ਸੁਣਨ ਵੇਖਣ ਵਿੱਚ ਸਹਾਇਕ ਸਮੱਗਰੀ ਜਿਵੇਂ ਫਿਲਮ, ਤਸਵੀਰਾਂ ਜਾਂ ਕੋਈ ਮੈਚ ਅਸੀਂ ਦੇਖਦੇ ਅੱਖੀਂ ਡਿੱਠਾ ਹਾਲ, ਇਹ ਵੀ ਬਾਹਰੀ ਪ੍ਰੇਰਨਾ ਵਾ। ਕਿਸੇ ਬੰਦੇ ਨੂੰ ਕੋਈ ਹਾਕੀ ਦਾ ਖਿਡਾਰੀ ਵਧੀਆ ਹੈ ਤਾਂ ਹਾਕੀ ਵਾਲੀ ਕੋਈ ਫਿਲਮ ਦਿਖਾ ਦਿਓ ਆਪਾਂ, ਤਾਂ ਉਹ ਉਹਨੂੰ ਦੇਖ ਕੇ ਪ੍ਰੇਰਨਾ ਆਉਂਦੀ ਵੀ ਕਿੰਨਾ ਵਧੀਆ ਖੇਡ ਰਿਹਾ, ਇਹਨੂੰ ਕਿੰਨਾ ਸਨਮਾਨ ਹੋ ਰਿਹਾ, ਮੈਂ ਵੀ ਇਸ ਤਰ੍ਹਾਂ। ਕੋਈ ਟੂਰਨਾਮੈਂਟ ਚੱਲਦਾ ਵਾ, ਅਸੀਂ ਬੱਚੇ ਮੈਚ ਦੇਖਦੇ ਆ, ਕਬੱਡੀ ਖੇਡਦੇ ਜਾਂ ਕ੍ਰਿਕਟ ਖੇਡਦੇ, ਉਹ ਵੀ ਫਿਰ ਖੇਡਣ ਲੱਗ ਪੈਂਦੇ ਆ। ਭਾਵ ਕੁਝ ਦੇਖ ਕੇ ਵੀ ਮਨ 'ਚ ਪ੍ਰੇਰਨਾ ਆ ਜਾਂਦੀ ਹੈ ਮੈਚ ਹੁੰਦਿਆਂ ਨੂੰ। ਇੱਦਾਂ ਹੀ ਕੋਚ ਅਤੇ ਖਿਡਾਰੀ ਦਾ ਰਿਸ਼ਤਾ, ਭਾਵ ਕੋਚ ਨੇ ਜਿਹੜੀ ਖਿਡਾਰੀ ਨੂੰ ਪ੍ਰੇਰਨਾ ਦੇਣੀ ਆ, ਉਹਨੂੰ ਪ੍ਰਭਾਵਿਤ ਕਰਨਾ ਵਾ, ਅਤੇ ਉਹ ਵੀ ਬਾਹਰੀ ਪ੍ਰੇਰਨਾ ਦੇ ਵਿੱਚ ਹੀ ਸ਼ਾਮਿਲ ਹੈ। ਸਹਿਯੋਗ, ਸੋ ਅਸੀਂ ਇੱਕ ਦੂਜੇ ਨੂੰ ਸਹਿਯੋਗ ਕਰਦੇ ਹਾਂ। ਕੋਈ ਖਿਡਾਰੀ ਨੂੰ ਸਮਾਜ ਸਹਿਯੋਗ ਕਰੇ, ਕੋਈ ਦੋਸਤ ਸਹਿਯੋਗ ਕਰਨ, ਪਰਿਵਾਰ ਸਹਿਯੋਗ ਕਰੇ, ਸਰਕਾਰ ਸਹਿਯੋਗ ਕਰੇ, ਉਹਦੇ ਨਾਲ ਵੀ ਉਹਨੂੰ ਪ੍ਰੇਰਨਾ ਮਿਲਦੀ ਆ ਕਿ ਲੋਕ ਮੇਰਾ ਸਪੋਰਟ ਕਰ ਰਹੇ ਆ ਅਤੇ ਮੈਂ ਹੋਰ ਮਿਹਨਤ ਕਰਾਂ। ਟੀਚਾ, ਸਾਡਾ ਟੀਚਾ ਵਾ ਅਸੀਂ ਜਿੱਤਣਾ ਵਾ, ਜਾਂ ਮੈਂ ਨੌਕਰੀ ਪ੍ਰਾਪਤ ਕਰਨੀ ਹੈ, ਜਾਂ ਮੈਂ ਇਹ ਦੁਨੀਆ ਦਾ ਸਕਸੈਸਫੁਲ ਪਰਸਨ ਬਣਨਾ, ਕੋਈ ਇਸ ਮੁਕਾਮ 'ਤੇ ਪਹੁੰਚਣਾ। ਉਸ ਮੁਕਾਮ 'ਤੇ ਪਹੁੰਚਣ ਲਈ ਵੀ ਅਸੀਂ ਪ੍ਰੇਰਨਾ, ਉਹ ਵੀ ਸਾਨੂੰ ਪ੍ਰੇਰਨਾ ਦਿੰਦੀ ਹੈ, ਅਸੀਂ ਮਿਹਨਤ ਕਰਦੇ ਹਾਂ। ਸੋ ਇਹ ਬਾਹਰੀ ਪ੍ਰੇਰਨਾ ਦੇ ਵਿੱਚ ਆ, ਸਾਰੀਆਂ ਆਮ ਜੀਆਂ ਸਾਡੀ ਨੌਲੇਜ ਦੀਆਂ ਗੱਲਾਂ ਨੇ। ਅੱਗੇ ਹੈ ਖਿਡਾਰੀਆਂ ਨੂੰ ਪ੍ਰੇਰਿਤ ਕਰਨ ਦੇ ਤਰੀਕੇ। ਸੋ ਇੱਕ ਤਾਂ ਜੋ ਉੱਪਰ ਅਸੀਂ ਪੜ੍ਹੀਆਂ ਵੀ ਇਹ ਵੀ ਵੈਸੇ ਸਾਰੇ ਤਰੀਕੇ ਹੀ ਆ, ਇਹ ਆਪਾਂ ਇੱਥੇ ਡਿਫਾਈਨ ਕੀਤਾ ਵੀ ਪ੍ਰੇਰਨਾ ਦੀਆਂ ਕਿਸਮਾਂ। ਅੱਗੇ ਹੁਣ ਕਹਿਣਾ ਵੀ ਪ੍ਰੇਰਨਾ ਦਾ ਰੋਲ ਤਾਂ ਬਹੁਤ ਅਹਿਮ ਆ, ਸਾਨੂੰ ਪਤਾ, ਪਰ ਖਿਡਾਰੀ ਨੂੰ ਪ੍ਰੇਰਿਤ ਕਿਵੇਂ ਕਰੀਏ, ਉਹਨੂੰ ਕਿਵੇਂ ਅਸੀਂ, ਕੋਈ ਖਿਡਾਰੀ ਹੈ ਜਾਂ ਕੋਈ ਹੋਰ ਕੰਮ ਵੀ ਕਰਨਾ ਵਾ, ਅਤੇ ਉਹ ਪ੍ਰੇਰਨਾ ਕਿਵੇਂ ਲੈ ਕੇ ਆਈਏ ਕਿ ਉਹ ਹੋਰ ਮਿਹਨਤ ਕਰੇ, ਉਹ ਆਪਣੀ ਸਕਸੈਸਫੁਲ ਹੋ ਸਕੇ। ਸੋ ਉਹਦੇ ਲਈ ਅਸੀਂ ਵੱਖ-ਵੱਖ ਪੁਆਇੰਟ ਪੜ੍ਹਾਂਗੇ। ਸੋ ਬੱਚਿਓ ਆਪਾਂ ਉਹ ਨੈਕਸਟ ਮੇਰੇ ਕੋਲ ਫੋਟੋ ਦੀ ਕਲਿੱਕ ਨਹੀਂ ਹੋਈ ਆਈ ਥਿੰਕ ਇਸ ਵੀਡੀਓ ਦੇ ਵਿੱਚ। ਸੋ ਨੈਕਸਟ ਮੈਂ ਅਲੱਗ ਵੀਡੀਓ ਸੈਂਡ ਕਰਾਂਗਾ। ਫਿਲਹਾਲ ਤੁਸੀਂ ਇਸ ਵੀਡੀਓ ਦੇ ਵਿੱਚ ਜੋ ਪ੍ਰੇਰਨਾ ਹੈ ਕੀ ਹੈ, ਉਹਦੇ ਪਹਿਲੂ ਕੀ ਹੈ ਔਰ ਉਹਦੀਆਂ ਕਿਸਮਾਂ ਅਸੀਂ ਪੜ੍ਹੀਆਂ ਨੇ, ਇਹਨੂੰ ਤੁਸੀਂ ਪੜ੍ਹੋ। ਔਰ ਫਿਰ ਲਾਸਟ ਇੱਕ ਟੌਪਿਕ ਰਹਿ ਜਾਣਾ ਹੈ ਕਿ ਉਹਦਾ ਇੰਪੋਰਟੈਂਸ ਅਤੇ ਉਹਦੀ ਮੈਥਡ, ਉਹ ਆਪਾਂ ਨੈਕਸਟ ਵੀਡੀਓ ਦੇ ਵਿੱਚ ਸਟੱਡੀ ਕਰਦੇ ਹਾਂ। ਓਕੇ, ਥੈਂਕ ਯੂ।